सो किसान लीडर ने जिहड़े लगातार इत्थे पहुंचे हुए ने। आपां गल करदे हां। सत श्री अकाल जी। साडे नाल जगजीत सिंह जी कालेवाल ने जिहड़े पहुंचे हुए ने जी। ਕੀ ਤੁਸੀਂ ਨਤੀਜਾ ਕੱਢਦੇ ਹੋ ਅੱਜ ਦਾ ਬਰੀਫ ਹੈ ਜਿਹੜਾ ਮੀਟਿੰਗ ਚੋਂ ਕੁਝ ਨਿਕਲਿਆ 1% ਵੀ? ਗੱਲ ਇਹ ਹੈ ਸਰਕਾਰ ਹੁਣ ਤੱਕ ਇਹ ਤੁਹਾਨੂੰ ਪਤਾ ਸਾਰੀ ਪ੍ਰੈਸ ਨੂੰ ਪਤਾ ਵੀ ਇਹ ਰੌਲਾ ਪਾਉਂਦੀ ਸੀ ਵੀ ਕਾਨੂੰਨ ਬਹੁਤ ਵਧੀਆ ਹੈ, ਕਾਨੂੰਨ ਬਹੁਤ ਵਧੀਆ ਹੈ, ਕਿਸਾਨਾਂ ਨੂੰ ਪਤਾ ਨਹੀਂ, ਇਹਦਾ ਲੋਕਾਂ ਨੇ ਭੜਕਾਏ ਨੇ, ਇਹਦਾ ਰਾਜਨੀਤਿਕਾਂ ਨੇ ਭੜਕਾਏ ਨੇ, ਇਹ ਜੀ ਸਾਡੇ ਤੇ ਬਲੇਮ ਲੱਗਦੀ ਸੀ। ਲੇਕਿਨ ਅਸੀਂ ਸਰਕਾਰ ਦਾ ਜਿਹੜਾ ਚੈਲੰਜ ਕਬੂਲਿਆ ਵੀ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਔਰ ਸਰਕਾਰ ਨੇ ਅੱਜ ਐਕਸਪਰਟ ਬਿਠਾਏ ਆਪਦੇ ਸਾਰੇ ਜਣੇ, ਸਾਡੇ ਨਾਲ ਗੱਲਬਾਤ ਹੋਈ। ਸਾਡੇ ਸਧਾਰਨ ਕਿਸਾਨ ਆਗੂਆਂ ਨੇ ਸਰਕਾਰ ਨੂੰ ਇੱਕ ਇੱਕ ਨੁਕਤੇ ਤੇ ਇੱਕ ਇੱਕ ਕਲੌਜ ਦੇ ਉੱਤੇ ਕਾਨੂੰਨ ਦੇ ਉੱਤੇ ਬਹਿਸ ਹੋਈ ਹੈ ਔਰ ਅਸੀਂ ਇਹ ਕਹਾਂਗੇ ਕਿ ਦੇਸ਼ ਦੇ ਲੋਕਾਂ ਦੀ ਦੇਸ਼ ਦੇ ਬੁੱਧੀਜੀਵੀ ਵਰਗ ਦੀ ਇੱਕ ਤਰ੍ਹਾਂ ਦੀ ਜਿੱਤ ਹੈ। ਜਿਹੜੀ ਅਸੀਂ ਕਹਿੰਦੇ ਸੀਗੇ ਨਾ ਗਲਤੀਆਂ ਹੈ ਔਰ ਉਹ ਸਰਕਾਰ ਮੰਨ ਗਈ ਕਿ ਇਹਦੇ 'ਚ 9 ਗਲਤੀਆਂ ਹੈਗੀਆਂ ਜੀ। 9 ਗਲਤੀਆਂ ਤੇ ਮੰਨੀ ਹੈ ਸਰਕਾਰ। 9 ਗਲਤੀਆਂ ਸਰਕਾਰ ਮੰਨ ਗਈ ਹੈ। 39 ਪੁਆਇੰਟ ਸੀ ਤੁਹਾਡੇ, 39 ਚੋਂ 9 ਤੇ ਮੰਨੀ। ਹਾਂ 9 ਗਲਤੀਆਂ ਸਰਕਾਰ ਮੰਨ ਗਈ ਹੈ। ਜੇ ਸਰਕਾਰ 9 ਗਲਤੀਆਂ ਮੰਨਦੀ ਹੈ ਤਾਂ ਸਮਝ ਲਓ ਆਟੋਮੈਟਿਕ ਹੈ ਕਿ ਇਹਦੇ ਵਿੱਚ ਰਹਿ ਕੀ ਗਿਆ ਕਾਨੂੰਨ 'ਚ। ਜੇ ਇੱਕ ਕਾਨੂੰਨ ਦੇ ਵਿੱਚ 9 ਗਲਤੀਆਂ ਪਈਆਂ ਹੈ ਤਾਂ ਉਹਨੂੰ ਕਾਨੂੰਨ ਨੂੰ ਕੀ ਅਸੀਂ ਕਾਨੂੰਨ ਮੰਨਾਂਗੇ? ਸੋ ਇਹ ਕੋਈ ਕਾਨੂੰਨ ਨਹੀਂ ਰਹਿ ਜਾਂਦਾ। ਇਹ ਮਤਲਬ ਸਰਕਾਰ ਦੀ ਐਵੇਂ ਕਮਲੀ ਜਿੱਦ ਹੈ। ਸਰਕਾਰ ਨੂੰ ਇਹ ਵਾਪਸ ਲੈਣੇ 'ਚ ਬਣਦੇ ਨੇ, ਲੇਕਿਨ ਅਸੀਂ ਲਾਸਟ ਦੇ ਉੱਠਣ ਲੱਗੇ ਵੀ ਇਹੀ ਕਹਿ ਕੇ ਆਏ ਆ ਵੀ ਇਹਨੂੰ ਵਾਪਸ ਲਓ। ਸੋਚੋ ਇਹ ਤੇ ਯਾਨੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਪੂਰੀ ਤਿਆਰੀ ਦੇ ਨਾਲ ਤੁਸੀਂ ਗਏ ਸੀ, ਮੰਤਰੀਆਂ ਦੇ ਪਸੀਨੇ ਛੁਟਾ ਕੇ ਆਏ ਹੋ। ਮੈਂ ਕਹਿੰਦਾ ਦੇਖੋ ਬੇਟੇ, ਜਦੋਂ ਸਰਕਾਰ ਨੂੰ ਅਸੀਂ ਮਨਾ ਲਿਆ ਵੀ ਇਹਦੇ 'ਚ 9 ਗਲਤੀਆਂ ਹੈਗੀਆਂ ਤਾਂ ਉਹ 9 ਗਲਤੀਆਂ ਮਨਾਉਣੀਆਂ ਔਰ ਉਹਨਾਂ ਨੂੰ ਮਨਾ ਲੈਣੀਆਂ ਜਿਹੜੇ ਜਿੱਦ ਕਰੀ ਬੈਠੇ ਸੀਗੇ ਲਗਾਤਾਰ 3 ਮਹੀਨਿਆਂ ਤੋਂ। ਇਹ ਕਹਿੰਦੇ ਸੀ ਬੜੇ ਵਧੀਆ ਹੈ ਤਾਂ ਸਮਝ ਲਓ ਆਟੋਮੈਟਿਕ ਆਪਣੇ ਆਪ 'ਚ ਹੈ ਕਿ ਇੱਕ ਤਰ੍ਹਾਂ ਦੀ ਜਿੱਤ ਹੈ ਔਰ ਦੇਸ਼ ਦੇ ਲੋਕਾਂ ਦੀ ਜਿੱਤ ਹੈ, ਦੇਸ਼ ਦੇ ਬੁੱਧੀਜੀਵੀ ਲੋਕਾਂ ਦੀ ਜਿੱਤ ਹੈ ਔਰ ਤੁਹਾਡੀ ਜਿੱਤ ਹੈ। ਸੋ ਜਿਹੜੀਆਂ 9 ਮੰਗਾਂ ਤੁਸੀਂ 9 ਜਿਹੜੇ ਨੁਕਤੇ ਕਹਿ ਰਹੇ ਸੀ ਉਹਨਾਂ ਦੇ ਵਿੱਚੋਂ ਕੋਈ ਖਾਸ ਨੇ ਜਿਹੜੇ ਉਹ ਤੁਸੀਂ ਦੱਸੋਗੇ? ਦੇਖੋ ਬੇਟੇ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਨੂੰ ਜਿਹੜਾ ਮੰਡੀ ਸਿਸਟਮ ਦੇ ਵਿੱਚ ਟੈਕਸ ਤੋਂ ਮਾਫੀ ਕਰ ਰਹੀ ਸੀ ਨਾ ਪ੍ਰਾਈਵੇਟ ਪਲੇਅਰ ਨੂੰ, ਉਹ ਸਰਕਾਰ ਮੰਨ ਗਈ ਵੀ ਸਾਡੀ ਗਲਤੀ ਹੈ। ਪ੍ਰਾਈਵੇਟ ਪਲੇਅਰ ਨੂੰ ਮੰਡੀ ਕਾਨੂੰਨਾਂ ਤੋਂ ਮੁਕਤੀ ਦਿੱਤੀ ਜਾ ਰਹੀ, ਉਹਨੇ ਮੰਨ ਗਈ ਸਰਕਾਰ ਵੀ ਇਹ ਸਾਡੀ ਮਤਲਬ ਗਲਤੀ ਹੈ। ਜਿਹੜੇ ਕਿਸਾਨਾਂ ਦੇ ਕੇਸ ਨਹੀਂ ਕਰ ਸਕਦਾ ਕਿਸਾਨ, ਕੋਰਟ ਨਹੀਂ ਜਾ ਸਕਦਾ, ਉਹਦੇ ਤੇ ਮੰਨ ਗਈ ਸਰਕਾਰ ਵੀ ਇਹ ਸਾਡੀ ਗਲਤੀ ਹੈ। ਔਰ ਜਿਵੇਂ ਮਤਲਬ ਹੈਗਾ ਸੀਗਾ ਕੰਟਰੈਕਟ ਫਾਰਮਿੰਗ ਵਾਲਾ, ਉਹਦੇ ਵਿੱਚ ਵੀ ਇਹਨਾਂ ਨੇ ਪਾ ਰੱਖਿਆ ਸੀਗਾ ਵੀ ਕਿਸਾਨ ਦੀ ਜਿਹੜੀ ਹੈਗੀ ਹੈ, ਜੇ ਅਗਰ ਕੰਟਰੈਕਟਰ ਨਾਲ ਰੌਲਾ ਪੈਂਦਾ ਕਿਸਾਨ ਦਾ ਤਾਂ ਉਹ ਮਤਲਬ ਕੋਰਟ ਨਹੀਂ ਜਾ ਸਕਦਾ। ਉਹ ਵੀ ਮੰਨੇ ਆ ਵੀ ਸਾਡੇ ਕੋਲੇ ਠੀਕ ਹੈ, ਗਲਤ ਹੋਇਆ। ਯਾਨੀ MSP ਮੰਨੇ ਹੈ, MSP ਵੀ ਮੰਨੇ ਨੇ ਕਿ MSP ਦੀ ਗਰੰਟੀ ਦੇ ਕਦਾ ਕਾਨੂੰਨ ਬਣਦਾ ਹੈ ਔਰ ਅਸੀਂ ਇਹਦੀ ਸੋਚਾਂਗੇ ਔਰ ਇਹ ਵਿਚਾਰ ਕਰਨਗੇ। ਸਾਨੂੰ ਇਹ ਕਿਹਾ ਕਿ ਸਾਨੂੰ ਸਵੇਰ ਦਾ ਦਿਨ ਦਿਓ ਵਿਚਾਰ ਕਰਨ ਦਾ, ਕੱਲ ਨੂੰ ਵਿਚਾਰ ਹੋਏਗਾ। ਪਰਸੋਂ ਸਾਡੇ ਨਾਲ ਦੁਬਾਰਾ ਉਹਨਾਂ ਨੇ ਮੀਟਿੰਗ ਸੱਦੀ ਹੈ। ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਉਹਨਾਂ ਨੇ ਆਪਦਾ ਪੁਰਸਕਾਰ, ਵੱਡਾ ਪੁਰਸਕਾਰ ਹੈ ਜਿਹੜਾ ਪਦਮ ਵਿਭੂਸ਼ਣ, ਉਹ ਮੋੜਤਾ ਹੈ ਤੁਹਾਡੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ 'ਚ। ਦੇਖੋ ਚੰਗੀ ਗੱਲ ਹੈ, ਹੁਣ ਉਹ ਗਵਾਚਿਆ ਵਾ ਸਮਾਨ ਭਾਲਦੇ ਨੇ ਆਪਦਾ ਵੀ ਪਦਮ ਭੂਸ਼ਣ ਨਾਲੋਂ ਉਹ ਚੀਜ਼ ਚੰਗੀ ਹੈ ਜਿਹੜੀ ਗਵਾਚ ਗਈ ਹੈ। ਲੇਕਿਨ ਮੈਂ ਕਹੂੰਗਾ ਵੀ ਫਿਰ ਵੀ ਚੰਗੀ ਗੱਲ ਹੈ ਜੇ ਸਿਆਣੇ ਹੋਣ ਤਾਂ ਸਮਝਦਾਰੀ ਤੋਂ ਜੇ ਕਿਤੇ ਇਹੀ ਸਾਰਾ ਕੁਝ ਹੈ। ਜਿੱਦੇ ਇਹ ਆਰਡੀਨੈਂਸ ਲਿਆਉਣ ਦੀ ਗੱਲ ਹੋ ਰਹੀ ਸੀ, ਜੇ ਕਿਤੇ ਉਸੇ ਦਿਨ ਸਾਰਾ ਕੁਝ ਕਰ ਜਾਂਦੇ ਨਾ, ਇਹ ਪੰਜਾਬ ਦੇ ਹੀਰੋ ਬਣ ਜਾਂਦੇ। ਇਹਨਾਂ ਨੇ ਆਜ਼ਾਦ ਦਾ ਉਹ ਸਮਾਂ ਗਵਾ ਲਿਆ। ਅੱਜ ਤਾਂ ਆਪਣਾ ਅਕਸ ਮਤਲਬ ਵਿਚਾਰੇ ਨੇ ਸਾਰੇ ਸਿਆਸਤਦਾਨ। ਇੱਕ ਹੋਰ ਵਰਲਡ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਇਸ ਇਤਿਹਾਸਿਕ ਸੰਘਰਸ਼ ਦੀ ਚਰਚਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਫਿਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ। ਇਸ ਸੰਘਰਸ਼ ਨੂੰ ਤੁਸੀਂ ਇਹਦੇ ਲਈ ਕੀ ਸ਼ਬਦ ਬੋਲੋਗੇ? ਪੰਜਾਬ ਜਿਹਦੀ ਅਗਵਾਈ ਕਰ ਰਿਹਾ ਹੈ, ਇਹਦੇ ਲਈ ਇਹਦੇ ਤੇ ਕਿਤਾਬਾਂ ਲਿਖੀਆਂ ਜਾਣਗੀਆਂ, ਕਹਿੰਦੇ ਇਹਦੇ ਤੇ ਚਰਚਾ ਹੋਏਗੀ ਪਤਾ ਨਹੀਂ ਕਿੰਨੇ ਸਾਲਾਂ ਤੱਕ। ਤੁਸੀਂ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਹੋ, ਕੀ ਮਹਿਸੂਸ ਕਰ ਰਹੇ ਹੋ? ਦੇਖੋ ਬੇਟੇ, ਗੱਲ ਇਹ ਹੈ ਪੰਜਾਬ ਦੇ ਲੋਕ ਲੜ ਰਹੇ, ਪੰਜਾਬੀ ਲੜ ਰਹੇ ਹੈ, ਦੇਸ਼ ਦਾ ਕਿਸਾਨ ਲੜ ਰਿਹਾ ਹੈ। ਇਹਦੇ 'ਚ ਕੋਈ ਸਾਡਾ ਨਹੀਂ ਹੈ ਜੇ ਅਸੀਂ ਕਹੀਏ ਵੀ ਅਸੀਂ ਲੜ ਰਹੇ ਹਾਂ। ਚਲੋ ਸਾਡੇ ਤਾਂ ਵਾਹਿਗੁਰੂ ਨੇ ਡਿਊਟੀ ਲਾਈ ਸੀ ਮੂਹਰੇ ਲਾ ਕੇ ਤੁਰਨ ਦੀ, ਅਸੀਂ ਤੁਰੇ ਹਾਂ। ਅੱਜ ਸਾਨੂੰ ਪੂਰੇ ਦੇਸ਼ ਤੋਂ, ਵਰਲਡ ਤੋਂ ਇਹਦੀ ਹਮਾਇਤ ਮਿਲ ਰਹੀ ਨੇ। ਕੀ ਅਸੀਂ ਸੋਚਦੇ ਸੀ ਕਦੇ ਸਾਨੂੰ ਵੀ ਅਮਰੀਕਾ ਤੋਂ ਵੀ ਸਾਨੂੰ ਹਮਾਇਤ ਮਿਲੂਗੀ ਜਾਂ ਸਾਨੂੰ ਜਰਮਨ ਤੋਂ ਵੀ ਹਮਾਇਤ ਮਿਲੂ ਇਹਦੀ? ਔਰ ਵੱਡੀ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਨੂੰ ਹਮਾਇਤ ਮਿਲ ਰਹੀ ਹੈ। ਲੋਕਾਂ ਨੇ ਸਾਡੇ ਉੱਥੇ ਜਿਹੜੇ ਬੈਠੇ ਨੇ ਜੀ, ਕੀ ਆਪਾਂ ਕਹਿ ਸਕਦੇ ਆ, ਨੁਮਾਇੰਦੇ ਬੈਠੇ ਨੇ, ਮੰਨ ਲਓ ਉਹਨਾਂ ਦੇ ਜਾ ਕੇ ਧਰਨੇ ਮੁਜ਼ਾਹਰੇ ਦੇ ਕਰਕੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇ। ਤਾਂ ਜੇ ਆਪਾਂ ਇਹਨੂੰ ਇਹ ਕਹੀਏ ਕਿ ਉਹਨਾਂ ਲੋਕਾਂ ਦਾ ਅਸੀਂ, ਸਾਡੇ ਕੋਲੇ ਕੋਈ ਸ਼ਬਦ ਨਹੀਂ ਵੀ ਕਿਵੇਂ ਦੇਖ ਕੇ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰੀਏ ਜਾਂ ਉਹਨਾਂ ਦਾ ਧੰਨਵਾਦ ਕਰੀਏ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਸਾਡਾ ਸਹਿਯੋਗ ਕਰ ਰਹੇ ਨੇ। ਪੰਜਾਬੀ ਬੜਾ ਇਨਸਾਨੀਅਤ ਜਾਗਦੀ ਹੈ। ਮੈਂ ਕਹੂੰਗਾ
ਕਿ ਉਹ ਜਾਗਦੀ ਜ਼ਮੀਰ ਵਾਲੇ, ਜਾਗਦੀ ਇਨਸਾਨੀਅਤ ਵਾਲੇ ਲੋਕ ਹੈ ਜਿਹੜੇ ਉੱਥੇ ਬੈਠੇ ਸਾਡਾ ਸਹਿਯੋਗ ਦੇ ਰਹੇ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਆਪਣੇ ਭਰਾ ਨੇ, ਪੰਜਾਬੀ ਹੋਣ ਜਾਂ ਫਿਰ ਕਿਤੋਂ ਦੇ ਵੀ ਰਹਿਣ ਵਾਲੇ, ਉਹ ਇੰਨੇ ਤਤਪਰ ਨੇ ਮਦਦ ਕਰਨ ਦੇ ਲਈ ਕਿ ਅਸੀਂ ਮਦਦ ਕਰਨੀ ਹੈ ਇਸ ਸੰਘਰਸ਼ ਦੀ। ਕਿਸਾਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਆਨਲਾਈਨ ਜਿਹੜੇ ਪੈਸੇ ਵੀ ਇਕੱਠੇ ਕੀਤੇ ਜਾ ਰਹੇ ਨੇ, ਇਦਾਂ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ। ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਸ਼ ਭਰ ਦੇ? ਅਸੀਂ ਇਹ ਕਹਾਂਗੇ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਸਾਨੂੰ ਉਹਨਾਂ ਦੇ ਪਿਆਰ ਦੀ ਲੋੜ ਹੈ ਜਿਹੜੇ ਢੰਗ ਨਾਲ ਸਾਡੇ ਨਾਲ ਉਹ ਖੜੇ ਨੇ। ਇੱਥੇ ਅਸੀਂ ਕਰਨੇ ਕੀ ਆ? ਪੈਸੇ, ਰੋਟੀ ਸਾਨੂੰ ਸੰਗਤ ਖਵਾਈ ਜਾਂਦੀ ਹੈ, ਇਧਰੋਂ ਲਿਆਤੀ ਕਿਸੇ ਨੇ, ਇਧਰੋਂ ਲਿਆਤੀ ਕਿਸੇ ਨੇ, ਬਾਕੀ ਲੋਕ ਆਪਦੀ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਨੇ ਔਰ ਲੜਾਈ ਜਾਰੀ ਹੈ। ਧੰਨਵਾਦੀ ਹਾਂ ਅਸੀਂ ਉਹਨਾਂ ਦਾ ਜਿਹੜੇ ਤਰੀਕੇ ਨਾਲ ਉਹ ਸਾਡਾ ਸਹਿਯੋਗ ਦੇ ਰਹੇ ਨੇ, ਬਹੁਤ ਵਧੀਆ ਸਹਿਯੋਗ ਦੇ ਰਹੇ ਨੇ। ਕੋਈ ਐਡਾ ਔਖੇ ਹੋਣ ਦੀ ਲੋੜ ਨਹੀਂ ਸਾਡੀ ਖਾਤਰ ਪੈਸੇ ਇਕੱਠੇ ਕਰਨ ਦੀ। ਜੀ ਇੱਕ ਆਖਰੀ ਸਵਾਲ ਵੀ ਜ਼ਰੂਰ ਪੁੱਛੂੰਗੀ ਕਿ ਜਿਸ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਸਾਰਿਆਂ ਦਾ ਦਿਲ ਡਰਦਾ ਹੈ ਕਿ ਲੀਡਰ ਨਾ ਕਿਤੇ ਵਿਕ ਜਾਣ, ਉਹ ਤਾਂ ਹੁਣ ਹੋ ਨਹੀਂ ਸਕਦਾ, ਇਸ ਲੈਵਲ ਤੇ ਆ ਕੇ ਲੀਡਰ ਨਹੀਂ ਵਿਕ ਸਕਦੇ, ਪਰ ਜਿਹੜੇ ਸੰਘਰਸ਼ 'ਚ ਇੰਨੇ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ ਕਿ ਉੱਥੇ ਕੋਈ ਗੜਬੜ ਨਾ ਹੋ ਜੇ, ਗੜਬੜੀ ਵਾਲੇ ਅਨਸਰ ਨੇ ਜਿਹੜੇ ਉਹ ਵੀ ਇਹ ਜ਼ਰੂਰ ਹੈ, ਗੜਬੜ ਦੇ 100% ਚਾਂਸ ਨੇ। ਕੱਲ ਅਸੀਂ 6-7 ਸ਼ਰਾਰਤੀ ਬੰਦੇ ਔਰ ਧਰਨੇ ਦੇ ਵਿੱਚ ਫੜੇ ਨੇ ਔਰ ਉਹਨਾਂ ਨੂੰ ਅਸੀਂ ਪੁਲਿਸ ਨੂੰ ਫੜਾਇਆ। ਇਹ ਸਾਨੂੰ ਪਤਾ ਹੈ ਕਿ ਸਰਕਾਰ ਸ਼ਰਾਰਤਾਂ ਕਰਦੀ ਹੁੰਦੀ ਹੈ, ਅੰਦੋਲਨ ਨੂੰ ਤਾਰ-ਪੀੜੋ ਕਰਨ ਦਾ ਯਤਨ ਕਰਦੀ ਹੁੰਦੀ ਹੈ ਔਰ ਉਹ ਸਰਕਾਰ ਕਰ ਰਹੀ ਹੈ। ਔਰ ਵਾਹਿਗੁਰੂ ਕਿਰਪਾ ਕਰੇ, ਸਾਡੇ ਤੇ ਸ਼ਹਿਨशाह ਦਾ ਹੱਥ ਹੈ, ਅਸੀਂ ਸਰਕਾਰ ਦੀ ਕੋਈ ਇਹੋ ਜਿਹੀ ਚਾਲ ਚੱਲਣ ਨਹੀਂ ਦਿਆਂਗੇ।